ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅੱਜ ਇੱਕ ਅਸੀਂ ਨਵੀਂ ਕਿਤਾਬ ਜਿਹੜੀ ਹੈ ਲੋਕ ਅਰਪਣ ਹੋਈ ਹੈ ਉਸ 'ਤੇ ਚਰਚਾ ਕਰਾਂਗੇ। ਇਹ ਕਿਤਾਬ ਜਿਸ ਨੇ ਲਿਖੀ ਹੈ ਮਾਧਵੀ ਕਟਾਰੀਆ ਜੀ ਸਾਡੇ ਨਾਲ ਮੌਜੂਦ ਨੇ, ਜਿਹੜੇ ਪੰਜਾਬ ਸਰਕਾਰ ਦੇ ਵਿੱਚ ਬਤੌਰ IAS ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਕਾਫੀ ਐਕਸਪੀਰੀਅੰਸ ਹੈ ਇਹਨਾਂ ਨੂੰ ਤੇ ਸੋਸ਼ਲ ਵੈਲਫੇਅਰ ਐਂਡ ਵੂਮਨ ਡਿਵੈਲਪਮੈਂਟ ਡਿਪਾਰਟਮੈਂਟ ਦੇ ਵਿੱਚ ਡਾਇਰੈਕਟਰ ਨੇ ਇਹ। ਤੇ ਇਹਨਾਂ ਦੀ ਫਸਟ ਜਿਹੜੀ ਬੁੱਕ ਹੈ ਉਹ ਲਾਂਚ ਹੋਈ ਆ, ਅਣਦੇਖਤੀ ਆਂਖੇ। ਇਸ ਬੁੱਕ ਬਾਰੇ ਚਰਚਾ ਕਰਾਂਗੇ। ਮੈਮ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਇਸ ਕਿਤਾਬ ਲਈ। ਥੈਂਕ ਯੂ ਸੋ ਮਚ, ਤੁਸੀਂ ਆਏ ਇਸ ਵਾਸਤੇ ਤੁਹਾਡਾ ਬਹੁਤ ਧੰਨਵਾਦ। ਮੈਮ ਇਹ ਕਦੋਂ ਆਈਡੀਆ ਆਇਆ ਤੇ ਟਾਈਟਲ ਜਿਹੜਾ ਹੈਗਾ ਇਹਦੇ ਪਿੱਛੇ ਕੀ ਕਾਰਨ ਹੈ ਤੇ ਕਿੰਨੇ ਸਮੇਂ 'ਚ ਬੁੱਕ ਲਿਖੀ ਤੁਸੀਂ? ਦਰਅਸਲ ਜੇ ਤੁਸੀਂ ਫੰਕਸ਼ਨ ਅਟੈਂਡ ਕਰਦੇ ਤਾਂ ਇਹ ਸਾਰੀਆਂ ਗੱਲਾਂ ਉੱਥੇ ਹੋਈਆਂ, ਬਟ ਮੈਂ ਉਸ ਨੂੰ ਥੋੜ੍ਹਾ ਜਿਹਾ ਰਿਪੀਟ ਕਰ ਦਿੰਦੀ ਹਾਂ। ਜਿਸ ਤਰ੍ਹਾਂ ਪਾਤਰ ਸਾਹਿਬ ਨੇ ਕਿਹਾ, ਜਿਸ ਤਰ੍ਹਾਂ ਜੰਗ ਬਹਾਦਰ ਜੀ ਨੇ ਕਿਹਾ, ਔਰ ਹੋਰ ਕਈਆਂ ਨੇ ਜਿਹੜੇ ਕਿ ਮੈਨੂੰ ਥੋੜ੍ਹੇ ਕਰੀਬ ਤੋਂ ਜਾਣਦੇ ਆ, ਖਾਸ ਤੌਰ 'ਤੇ ਕਿ ਮੈਨੂੰ ਕੋਈ ਜਲਦੀ ਨਹੀਂ ਸੀ, ਕੋਈ ਹੜਬੜੀ ਨਹੀਂ ਸੀ। ਇਹ ਕਵਿਤਾਵਾਂ ਮੈਂ ਕਾਫੀ ਸਮੇਂ ਤੋਂ ਲਿਖਦੀ ਰਹੀ, ਪਰ ਮੈਨੂੰ ਕਦੇ ਛਾਪਣ ਵਾਲਾ ਮੇਰੇ ਮਨ 'ਚ ਨਹੀਂ ਸੀਗਾ ਤੇ ਨਾ ਉਹਨਾਂ ਮੈਨੂੰ ਸੀਗਾ ਵੀ ਕੋਈ ਪੜ੍ਹਨ 'ਚ ਇੰਟਰਸਟਿਡ ਹੋ ਸਕਦਾ ਹੈ। ਔਰ ਕੋਈ ਵੀ ਜਿਹੜਾ ਲਿਖਦਾ ਹੈ ਉਹਦੇ ਅੰਦਰ ਸੰਸ਼ੇ ਬਹੁਤ ਜ਼ਿਆਦਾ ਹੁੰਦਾ ਹੈ। ਸੋ ਜਦੋਂ ਮੈਂ ਕੁਝ ਦੋਸਤਾਂ ਨਾਲ ਸ਼ੇਅਰ ਕੀਤੀਆਂ ਤਾਂ ਉਹਦੇ ਵਿੱਚ ਜਿਹੜੇ ਕੋਈ ਅੱਛੇ ਕਵੀ ਜਿਨ੍ਹਾਂ ਨੂੰ ਮੈਂ ਕਵੀ ਦੇ ਤੌਰ 'ਤੇ ਕਦਰ ਕਰਦੀ ਹਾਂ, ਜਦੋਂ ਉਹਨਾਂ ਨੇ ਵੀ ਉਸ ਬਾਰੇ ਚੰਗੇ ਸ਼ਬਦ ਕਹੇ ਤਾਂ ਮੇਰਾ ਥੋੜ੍ਹਾ ਹੌਸਲਾ ਬਣਿਆ। ਫਿਰ ਖਾਸ ਤੌਰ 'ਤੇ ਪਹਿਲੀ ਹੀ ਕਿਤਾਬ ਜਿਹੜੀ ਹੈ ਆਦਮੀ ਔਰਤ ਔਰ ਬਸੰਤ, ਉਹ ਕੇਦਾਰਨਾਥ ਸਿੰਘ ਜਿਹੜੇ ਹਿੰਦੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਬਹੁਤ ਹੀ ਮਕਬੂਲ ਕਵਿਤਾ ਹੈ ਬਨਾਰਸ। ਸੋ ਉਹ ਕਵਿਤਾ ਨੂੰ ਪੜ੍ਹ ਕੇ ਮੇਰੇ 'ਤੇ ਕੁਛ ਉਸ ਤਰ੍ਹਾਂ ਦਾ ਮੇਰੀ ਜਿਹੜੀ ਕਵਿਤਾ ਵਾਲੀ ਰੂਹ ਜਾਗੀ ਤੇ ਮੈਂ ਉਸ ਤੋਂ ਇੰਸਪਾਇਰ ਹੋ ਕੇ ਆਪਣੀ ਇਹ ਕਵਿਤਾ ਲਿਖੀ। ਔਰ ਪਹਿਲੀ ਕਵਿਤਾ ਹੈ ਇਸ ਐਂਥੋਲੋਜੀ ਵਿੱਚ, ਔਰ ਨੀਚੇ ਲਿਖਿਆ ਵੀ ਹੋਇਆ ਕੇਦਾਰਨਾਥ ਸਿੰਘ ਜੀ ਦੀ ਕਵਿਤਾ ਬਨਾਰਸ ਨੂੰ ਪੜ੍ਹ ਕੇ। ਸੋ ਮੈਂ ਦਿੱਲੀ ਵਿੱਚ ਇੱਕ ਉਰਦੂ ਦਾ ਫੈਸਟੀਵਲ ਹੁੰਦਾ ਹੈ ਰੇਖਤਾ, ਔਰ ਮੈਨੂੰ ਸਾਰੀਆਂ ਜ਼ਬਾਨਾਂ ਨਾਲ ਸ਼ਦੀਦ ਮੁਹੱਬਤ ਹੈ, ਪੰਜਾਬੀ, ਹਿੰਦੀ, ਉਰਦੂ, ਔਰ ਮੈਂ ਆਪਣੇ ਆਪ 'ਚ ਉਹਦੀ ਮਹਾਰਤ ਹਾਸਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਹਿੰਦੀ ਮੈਨੂੰ ਸਭ ਤੋਂ ਘੱਟ ਮਹਾਰਤ ਕਹੀ ਜਾਏ ਇਨ ਟਰਮਸ ਆਫ ਐਕੈਡੈਮਿਕਸ, ਬਟ ਮੈਂ ਹਿੰਦੀ ਨੂੰ ਹੀ ਆਪਣਾ ਮਾਧਿਅਮ ਚੁਣਦੀ ਹਾਂ ਔਰ ਉਸ 'ਚ ਮੈਂ ਐਕਸਪ੍ਰੈਸ ਕਰ ਸਕਦੀ ਹਾਂ। ਸੋ ਰੇਖਤਾ ਵਿੱਚ ਜਦੋਂ ਕੇਦਾਰਨਾਥ ਸਿੰਘ ਜੀ ਨਾਲ ਮਿਲਣ ਦਾ ਸਬਬ ਹੋਇਆ ਤਾਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਤੇ ਉਹਨਾਂ ਨੇ, ਮੈਂ ਕਿਹਾ ਮੈਂ ਚਾਹਾਂਗੀ ਤੁਸੀਂ ਉਹ ਕਵਿਤਾ ਪੜ੍ਹੋ। ਉਹਨਾਂ ਨੇ ਕਵਿਤਾ ਪੜ੍ਹੀ ਔਰ ਉਹਨਾਂ ਨੇ ਮੈਨੂੰ ਬਹੁਤ ਹੀ ਸਲਾਹਿਆ। ਤਾਂ ਮੈਨੂੰ ਲੱਗਿਆ ਕਿ ਅਗਰ ਮੇਰੀ ਕਵਿਤਾ ਕੇਦਾਰਨਾਥ ਸਿੰਘ ਜੀ ਸਲਾਹ ਸਕਦੇ ਆ ਤਾਂ ਫਿਰ ਸ਼ਾਇਦ ਮੈਨੂੰ ਛਾਪਣ ਵਾਸਤੇ ਸੋਚਣਾ ਚਾਹੀਦਾ। ਹੋਰ ਵੀ ਬਹੁਤ ਸਾਰੇ ਸੁਹਿਰਦ ਜਿਹੜੇ ਕਹਿੰਦੇ ਰਹੇ ਕਿ ਕਵਿਤਾ ਛਾਪੋ, ਸੋ ਮੈਂ ਹੌਲੀ ਹੌਲੀ ਉਹਨਾਂ ਕਵਿਤਾਵਾਂ ਨੂੰ ਵਾਰ-ਵਾਰ ਤਰਾਸ਼ਿਆ, ਵਾਰ-ਵਾਰ ਬਹੁਤ ਸਾਰੀਆਂ ਕਵਿਤਾਵਾਂ ਕੱਢ ਦਿੱਤੀਆਂ, ਫਿਰ ਥੋੜ੍ਹੀਆਂ 80 ਕਵਿਤਾਵਾਂ ਲੈ ਕੇ ਤੇ ਫਾਈਨਲੀ ਮੈਂ ਸੋਚਿਆ ਕਿ ਮੈਨੂੰ ਹੁਣ ਅੰਦਰੋਂ ਫੀਲਿੰਗ ਹੋਈ ਕਿ ਮੈਂ ਜ਼ਰੂਰ ਪ੍ਰਕਾਸ਼ਿਤ ਕਰਾਂ ਔਰ ਸਭ ਲੋਕਾਂ ਤੱਕ ਪਹੁੰਚਾਵਾਂ। ਅੱਛਾ ਮੈਮ, ਤੁਸੀਂ ਕਿਹਾ ਵੀ 80 ਕਵਿਤਾਵਾਂ ਨੇ ਟੋਟਲ, ਤੇ ਉਹ ਕਿੰਨਾਂ 'ਤੇ ਬੇਸਡ ਹੈ? ਉਹਦੇ ਵਿੱਚ ਕਿਹੜੇ-ਕਿਹੜੇ ਰੰਗ ਜਿਹੜੇ ਦੇਖਣ ਨੂੰ ਮਿਲਣਗੇ? ਜੀ ਇਹਦੇ ਵਿੱਚ ਕਵਿਤਾਵਾਂ ਪ੍ਰੇਮ ਦੀਆਂ ਕਵਿਤਾਵਾਂ, ਪਿਆਰ ਦੀ ਸ਼ਿੱਦਤ, ਜਿਹੜੇ ਜ਼ਿੰਦਗੀ ਦੇ ਤਮਾਮ ਰੰਗ ਨੇ, ਉਦਾਸੀਆਂ ਨੇ, ਖੁਸ਼ੀਆਂ ਨੇ, ਤਲਾਸ਼ ਹੈ, ਜਿਹੜੀ ਇੱਕ ਤਲਾਸ਼ ਦਾ ਉਹ ਕਾਫੀ ਨੁਮਾਇਆ ਹੈ ਉਹਦੇ ਵਿੱਚ। ਫਿਰ ਉਸ ਦੇ ਵਿੱਚ ਮੈਮਰੀ ਦਾ ਬਹੁਤ ਵੱਡਾ ਹੈ, ਉਪਸਥਿਤੀ, ਅਨੁਪਸਥਿਤੀ, ਇਹ ਵੀ ਕਾਫੀ ਵੱਡੇ ਤੌਰ 'ਤੇ ਨੇ। ਲੇਕਿਨ ਪ੍ਰੇਮ ਦੀਆਂ ਕਵਿਤਾਵਾਂ ਸਭ ਤੋਂ ਵੱਧ ਇਸ ਵਿੱਚ ਨੇ। ਉਸ ਦੇ ਬਾਅਦ ਸਮਾਜਿਕ ਸਰੋਕਾਰਾਂ ਦੀਆਂ ਕਵਿਤਾਵਾਂ ਨੇ, ਪਰਿਆਵਰਨ ਦੀ ਸੰਵੇਦਨਾ, ਸਿਆਸੀ ਜਿਹੜਾ ਨਿਜ਼ਾਮ ਹੈ ਉਹਦੇ ਵਿਰੁੱਧ ਜਿਸ ਤਰ੍ਹਾਂ ਦਾ ਮੇਰਾ ਭਾਵ ਹੈ। ਔਰ ਜਿਸ ਤਰ੍ਹਾਂ ਅੱਜ ਦੇ ਕੁਝ ਮਹਿਮਾਨਾਂ ਨੇ ਕਿਹਾ ਵੀ ਕਿ ਮੈਂ ਜੋ ਮਹਿਸੂਸ ਕਰਨੀ ਆ ਉਹ ਉਸੇ ਤਰ੍ਹਾਂ ਹੀ ਕਹਿੰਦੀ ਹਾਂ, ਚਾਹੇ ਉਹ ਸੱਤਾ ਦੇ ਵਿਰੁੱਧ ਵਾਲੀ ਆਵਾਜ਼ ਹੋਏ। ਸੋ ਮੇਰੇ ਅੰਦਰ ਜਿਹੜਾ ਇੱਕ ਬਰਾਬਰੀ ਦਾ ਔਰ ਇੱਕ ਨਿਆਂ ਦੇ ਖਿਲਾਫ ਦੀ ਮੇਰੇ ਅੰਦਰ ਇੱਕ ਤੜਪ ਰਹਿੰਦੀ ਹੈ। ਔਰ ਮੈਂ ਆਪਣੇ ਪ੍ਰੋਫੈਸ਼ਨਲ ਸਾਰੇ ਸਮੇਂ ਵਿੱਚ ਵੀ ਮੇਰੀ ਇਹੀ ਕੋਸ਼ਿਸ਼ ਰਹੀ ਹੈ ਕਿ ਮੈਂ ਬੇਸਿਕ ਲੈਵਲ 'ਤੇ, ਮਤਲਬ ਗ੍ਰਾਸ ਰੂਟ ਲੈਵਲ 'ਤੇ ਕੁਝ ਕਰ ਸਕਾਂ। ਸੋ ਇਹ ਸਾਰੇ ਰੰਗ ਮੇਰੀ ਕਵਿਤਾਵਾਂ ਵਿੱਚ ਹੈ, ਗਮੇ ਦੌਰਾ ਵੀ ਅਤੇ ਗਮੇ ਜਾਣਾ ਵੀ। ਅੱਛਾ ਮੈਮ, ਪਹਿਲੀ ਕਵਿਤਾ ਤੁਸੀਂ ਕਦੋਂ ਲਿਖੀ ਸੀ? ਕਦੋਂ ਤੁਹਾਨੂੰ ਅਹਿਸਾਸ ਹੋਇਆ ਕਿ ਤੁਸੀਂ ਲਿਖ ਸਕਦੇ ਹੋ ਹੁਣ ਪੋਇਮਸ, ਤੋਂ ਫਿਰ ਅੱਗੇ ਕੰਟੀਨਿਊ ਕੀਤਾ? ਸਾਡੇ ਨਾ ਹਿੰਦੀ ਦੇ ਟੀਚਰਸ ਬੜੇ ਅੱਛੇ ਸੀ। ਆਈ ਥਿੰਕ ਆਪਾਂ ਸਾਰੇ ਦੇਖਦੇ ਹਾਂ ਕਿ ਸਾਡੇ 'ਤੇ ਜਿਹੜੇ ਅੱਛੇ ਟੀਚਰਸ ਮਿਲ ਜਾਂਦੇ ਆ ਉਹ ਇੱਕ ਖਾਸ ਅਸਰ ਛੱਡ ਜਾਂਦੇ ਆ। ਸੋ ਮੈਨੂੰ ਯਾਦ ਹੈ ਮੈਂ 6ਵੀਂ ਕਲਾਸ ਵਿੱਚ ਸੀ ਅਤੇ ਅਸੀਂ ਸ਼ਿਮਲਾ ਘੁੰਮਣ ਗਏ ਅਤੇ
ਪਹਿਲੀ ਵਾਰੀ ਉੱਥੇ ਚੀੜ ਦੇ ਵ੍ਰਿਕਸ਼ਾਂ ਨੂੰ ਦੇਖ ਕੇ ਸ਼ਾਇਦ ਮੇਰੀ ਆਪਣੀ ਭਾਵਨਾ ਉਹ ਸੀ, ਤੇ ਮੈਂ ਆਪਣੀ ਇੱਕ ਦੋਸਤ, ਅਸੀਂ ਮਤਲਬ ਜਿਹੜੇ ਸਕੂਲ 'ਚ ਪੜ੍ਹਦੇ ਸੀ, ਮੈਂ ਉਹਨੂੰ ਉੱਥੇ ਇੱਕ ਪੋਸਟ ਕਾਰਡ ਲਿਖਿਆ ਤੇ ਮੈਂ ਉਸ 'ਚ ਇੱਕ ਲਿਟਰਰੀ ਐਕਸਪ੍ਰੈਸ਼ਨ ਯੂਜ਼ ਕੀਤਾ। ਉਹ ਹੱਲੇ ਤੱਕ ਵੀ ਮੇਰੇ ਕੋਲ ਰਿਹਾ ਹੈ ਕਿ ਅਪਰਾਧੀ ਸੇ ਖੜੇ ਇਹ ਪੇੜ, ਕੁਛ ਇਸ ਤਰ੍ਹਾਂ, ਹਾਂ। ਤੇ ਮੈਨੂੰ ਉਸ ਟਾਈਮ ਖੁਦ ਵੀ ਲੱਗਿਆ ਕਿ ਇਹ ਮੈਂ ਕੁਛ ਮਤਲਬ ਮੈਂ ਇੱਕ ਖਾਸ ਚੀਜ਼ ਕਹੀ ਹੈ, ਕੁਝ ਖਾਸ ਚੀਜ਼ ਸੋਚੀ ਹੈ। ਪਰ ਉਸ ਤੋਂ ਪਹਿਲੇ ਹਮੇਸ਼ਾ ਕਵਿਤਾ ਸਕੂਲ ਦੇ ਪੱਧਰ ਤੇ ਪੜ੍ਹਨਾ ਔਰ ਰੈਸੀਟੇਸ਼ਨਸ ਵਗੈਰਾ ਉਹ ਸਭ। ਤਾਂ ਜਦੋਂ ਮੈਂ ਇੱਕ ਉਹ ਐਕਸਪ੍ਰੈਸ਼ਨ, ਤੁਸੀਂ ਦੇਖੋ ਕਿੰਨੇ ਸਾਲ ਹੋ ਗਏ ਮੇਰੇ ਨਾਲ ਰਹਿ ਗਿਆ, ਫਿਰ ਹੌਲੀ ਹੌਲੀ ਮੈਂ ਦੇਖਿਆ ਕਿ ਕੁਛ ਨਾ ਕੁਛ ਮੇਰੇ ਕੋਲ ਇਮੇਜਰੀਜ਼ ਆਉਂਦੀਆਂ ਰਹੀਆਂ, ਸ਼ਬਦਾਂ ਨਾਲ ਖੇਲ, ਸ਼ਬਦਾਂ ਨਾਲ ਮੁਹੱਬਤ ਹੋਰ ਜ਼ਿਆਦਾ ਹੋਣੀ ਸ਼ੁਰੂ ਹੋ ਗਈ। ਸੋ ਉਹ ਫਿਰ ਮੈਨੂੰ ਲੱਗਿਆ ਕਿ ਮੇਰਾ ਇਸ ਤਰਫ ਝੁਕਾਅ ਹੈ। ਸੋ ਫਿਰ ਉਹਦੇ ਬਾਅਦ ਪੜ੍ਹਾਉਣ ਦਾ ਹੋਇਆ ਤਾਂ ਮੈਂ ਵਿੱਚੋਂ ਲਿਖਦੀ ਰਹੀ ਹਾਂ, ਲੇਕਿਨ ਫਾੜਤਾ ਕਰਤਾ, ਕਦੇ ਆਪਣੇ ਆਪ ਨੂੰ ਉਸ ਤਰ੍ਹਾਂ ਸੀਰੀਅਸਲੀ ਨਹੀਂ ਲਿਆ। ਹੱਲੇ ਵੀ ਮੇਰੇ ਬਹੁਤ ਅੱਛੇ ਜਿਹੜੇ ਕਵੀ ਦੋਸਤ ਨੇ, ਉਹ ਮੈਨੂੰ ਹੱਲੇ ਵੀ ਕਹਿੰਦੇ ਆ ਕਿ ਤੂੰ ਆਪਣੇ ਆਪ ਨੂੰ ਥੋੜ੍ਹਾ ਜਿਹਾ ਇੰਨਾ ਕੈਜੂਅਲ ਨਾ ਲਿਆ ਕਰ। ਬਟ ਮੇਰਾ ਖਿਆਲ ਕਵਿਤਾ ਦੀ ਕਿਤਾਬ ਛਾਪ ਕੇ ਮੈਂ ਉਹਨਾਂ ਦੀ ਗੱਲ ਮੰਨ ਲਈ ਹੈ। ਹਾਂ। ਅੱਛਾ, ਹੋਰ ਤੁਸੀਂ ਦੱਸਿਆ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮਹਾਰਤ ਹਾਸਲ ਹੋਵੇ, ਚਾਹੇ ਉਰਦੂ ਹੋਵੇ, ਅੰਗਰੇਜ਼ੀ ਹੋਵੇ, ਇਹਨਾਂ ਭਾਸ਼ਾਵਾਂ ਦੇ ਵਿੱਚ ਵੀ ਅਸੀਂ ਕਵਿਤਾਵਾਂ ਵੇਖ ਸਕਦੇ ਹਾਂ ਆਉਣ ਵਾਲੇ ਸਮੇਂ? ਮੈਂ ਪੰਜਾਬੀ ਦੀ 2016 ਵਿੱਚ ਮਾਸਟਰਸ ਕੀਤੀ। ਉਹ ਮੈਨੂੰ ਅੰਦਰ ਇਹ ਫੀਲਿੰਗ ਆਈ ਕਿ ਮੈਨੂੰ ਪੰਜਾਬ ਦੀ, ਆਪਣੇ ਰਾਜ ਦੀ ਲਿਟਰਰੀ ਟ੍ਰੈਡੀਸ਼ਨ ਨਹੀਂ ਪਤਾ ਔਰ ਹੋਰ ਵੀ ਸਾਰਾ ਪੂਰਾ ਇਥੋਸ ਮੈਂ ਸਮਝਾਂਗੀ। ਸੋ ਮੈਂ ਪੰਜਾਬੀ ਦੀ MA ਕੀਤੀ ਔਰ ਉਹਦੇ ਬਾਅਦ ਮੈਂ ਪੰਜਾਬੀ ਵਿੱਚ ਵੀ ਕਵਿਤਾਵਾਂ ਲਿਖੀਆਂ ਨੇ। ਉਰਦੂ ਵਿੱਚ ਵੀ ਮੈਂ ਐਡਵਾਂਸ ਡਿਪਲੋਮਾ ਕੀਤਾ ਔਰ ਮੈਂ ਹਿੰਦੁਸਤਾਨੀ ਉਰਦੂ ਵਿੱਚ ਵੀ ਕੁਝ ਕਵਿਤਾਵਾਂ ਲਿਖੀਆਂ ਨੇ। ਔਰ ਆਉਣ ਵਾਲੇ ਸਮੇਂ ਵਿੱਚ ਮੈਂ ਸਮਝਦੀ ਹਾਂ ਇੰਗਲਿਸ਼ ਵਿੱਚ ਵੀ ਕੁਛ ਇੱਕ, ਲੇਕਿਨ ਜ਼ਿਆਦਾ ਮੈਨੂੰ, ਪਰ ਮੈਂ ਚਾਹਾਂਗੀ ਕਿ ਮੈਂ ਪੰਜਾਬੀ 'ਚ ਹੋਰ ਲਿਖਾਂ। ਔਰ ਬਹੁਤ ਸਾਰੇ ਪੰਜਾਬੀ ਵਾਲੇ ਦੋਸਤ ਵੀ ਚਾਹੁੰਦੇ ਨੇ ਕਿ ਪੰਜਾਬੀ ਵਿੱਚ ਵੀ ਮੇਰਾ ਸੁਰ ਆਏ, ਤਾਂ ਮੈਂ ਜ਼ਰੂਰ ਪੰਜਾਬੀ ਤੇ ਹਿੰਦੀ ਵਿੱਚ ਲਿਖਦੀ ਰਹਾਂਗੀ। ਮੈਮ, ਲਾਸਟ ਕੁਐਸਚਨ ਜੀ, ਅੱਜ ਦੇ ਟਾਈਮ ਦੇ ਵਿੱਚ ਬੁੱਕਸ ਦੀ ਇੰਪੋਰਟੈਂਸ ਨੂੰ ਕਿਵੇਂ ਦੇਖਦੇ ਹੋ ਤੇ ਕਵਿਤਾਵਾਂ ਦੀ ਇੰਪੋਰਟੈਂਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਿਹਾ ਜਾਂਦਾ ਵੀ ਕਿਤੇ ਨਾ ਕਿਤੇ ਚੀਜ਼ਾਂ ਉਸ ਤਰ੍ਹਾਂ ਦੇ ਨਾਲ ਜਿਵੇਂ ਪਹਿਲਾਂ ਪ੍ਰਚਲਿਤ ਸੀਗੀਆਂ, ਉਸ ਤਰ੍ਹਾਂ ਦੇ ਨਾਲ ਹੁਣ ਲੋਕ ਇੰਨਾ ਧਿਆਨ ਨਹੀਂ ਦਿੰਦੇ, ਸਪੈਸ਼ਲੀ ਜਿਹੜੀ ਨਵੀਂ ਪੀੜ੍ਹੀ ਹੈ। ਪਰ ਤੁਸੀਂ ਕੀ ਮਹਿਸੂਸ ਕਰ? ਮੈਂ ਸੋਚਦੀ ਹਾਂ ਕਿ ਇਨਸਾਨ ਉਹੀ ਹੈ, ਉਹਦੀ ਭਾਵਨਾ ਉਹੀ ਹੈ, ਉਹ ਕਿੱਥੇ ਆਪਣੇ ਅਹਿਸਾਸਾਂ ਦੀ ਕਿੱਥੇ ਉਹਨੂੰ ਅਪਰੋਕਸੀਮੇਸ਼ਨ ਮਿਲਦੀ ਹੈ। ਸੋ ਉਹ ਉਹਨੂੰ ਪੋਇਟਰੀ 'ਚ ਜ਼ਰੂਰ ਮਿਲੀ ਹੈ, ਮਿਲੇਗੀ ਔਰ ਹਮੇਸ਼ਾ ਹੀ ਮਿਲਦੀ ਰਹੇਗੀ। ਲੇਕਿਨ ਜਿਸ ਤਰ੍ਹਾਂ ਸ਼ੁਰੂਆਤ ਵਿੱਚ ਔਰ ਸਾਡੇ ਸਾਰੇ ਰਿਲੀਜੀਅਸ ਟੈਕਸਟ, ਅਸੀਂ ਤਾਂ ਪਹਿਲੇ ਪੋਇਟਿਕ ਹੀ ਕੌਮ ਸੀਗੀ, ਠੀਕ ਹੈ ਨਾ। ਲੇਕਿਨ ਜਿਵੇਂ ਜਿਵੇਂ ਬਦਲਾਵ ਆਉਂਦਾ ਗਿਆ, ਲੇਕਿਨ ਪੋਇਟਰੀ ਦੀ ਜਿਹੜੀ ਇੱਕ ਖਾਸ ਲੋਕ, ਇੱਕ ਖਾਸ ਮਾਈਂਡ ਸੈੱਟ ਵਾਲੇ, ਖਾਸ ਜਜ਼ਬਾਤ ਵਾਲੇ, ਉਹ ਮੇਰਾ ਖਿਆਲ ਸ਼ਾਇਦ ਸਾਡੇ ਦੇਸ਼ ਵਿੱਚ, ਕਿਉਂਕਿ ਵੈਸੇ ਹੀ ਪੜ੍ਹਾਉਣ ਦੇ ਉੱਚ ਨਿਗਾਰ ਹੈਗਾ ਤਾਂ ਸਾਨੂੰ ਘੱਟ ਮਹਿਸੂਸ ਹੁੰਦਾ ਹੈ। ਪਰ ਮੇਰਾ ਖਿਆਲ ਇਹ ਫੇਜ਼ਸ ਹੁੰਦੇ ਨੇ। ਅਲਟੀਮੇਟਲੀ ਪੋਇਟਰੀ ਦੀ ਪਾਵਰ ਇੰਨੀ ਸਟਰੋਂਗ ਹੈ ਕਿ ਉਹ ਕਦੇ ਵੀ ਨਹੀਂ ਜਾ ਸਕਦੀ। ਸਾਡੇ ਮੋਸਟ ਪ੍ਰੋਜ਼ਾਇਕ ਪੋਲੀਟੀਸ਼ੀਅਨ ਵੀ ਆਪਣੀ ਗੱਲ ਨੂੰ ਜਦੋਂ ਮੁਖਤਸਰ ਚੀਜ਼ 'ਚ ਬਿਲਕੁਲ ਠਾ ਕਰਕੇ ਕਹਿਣਾ ਹੁੰਦਾ ਤਾਂ ਉਹ ਕੋਈ ਸ਼ੇਅਰ ਇਸਤੇਮਾਲ ਕਰਦੇ ਆ। ਸੋ ਮੈਂ ਸਮਝਦੀ ਹਾਂ ਕਿ ਪੋਇਟਰੀ, ਕਿਉਂਕਿ ਹਿਊਮਨ ਅਹਿਸਾਸ ਸਾਰੇ, ਪਿਆਰ, ਮੁਹੱਬਤ, ਦੁਸ਼ਮਣੀ, ਲੜਾਈ, ਵੈਰ, ਅਹੰਕਾਰ, ਇਹ ਸਾਰੀਆਂ ਸਾਡੇ ਵਿੱਚ ਭਾਵ ਰਹਿਣੇ ਹੈ। ਉਹ ਐਕਸਪ੍ਰੈਸ ਵੀ ਹੋਣਗੇ, ਦੂਜੇ ਵੀ ਉਹਦੇ ਨਾਲ ਰਿਲੇਟ ਕਰਨਗੇ। ਸੋ ਮੇਰਾ ਖਿਆਲ ਇਹ ਚੱਲਦਾ ਰਹੇਗਾ ਸਿਲਸਿਲਾ। ਬਹੁਤ ਸ਼ੁਕਰੀਆ ਜੀ, ਤੁਹਾਨੂੰ ਬੈਸਟ ਵਿਸ਼ੇਸ। ਸੋ ਗੱਲ ਅਸੀਂ ਕਰ ਰਹੇ ਸੀਗੇ ਮਾਧਵੀ ਕਟਾਰੀਆ ਜੀ ਦੇ ਨਾਲ, ਜਿਨ੍ਹਾਂ ਦੀ ਪਹਿਲੀ ਕਿਤਾਬ ਹੈ ਜਿਹੜੀ ਹਿੰਦੀ ਕਵਿਤਾਵਾਂ ਨੇ, ਅਣਦੇਖਤੀ ਆਂਖੇਂ ਇਸ ਦਾ ਨਾਮ ਹੈ, ਟਾਈਟਲ ਹੈ। ਤੇ ਸੋ ਇਹ ਇਹਨਾਂ ਨੇ 80 ਕਵਿਤਾਵਾਂ ਦੀ ਬੁੱਕ ਹੈ ਜਿਹੜੀ ਉਹ ਲਾਂਚ ਕੀਤੀ ਹੈ। ਤੁਸੀਂ ਵੀ ਇਹ ਜਿਹੜੀ ਬੁੱਕ ਹੈ ਉਹ ਲੈ ਸਕਦੇ ਹੋ, ਪੜ੍ਹ ਸਕਦੇ ਹੋ ਜੇਕਰ ਤੁਹਾਨੂੰ ਕਵਿਤਾਵਾਂ ਦਾ ਸ਼ੌਂਕ ਹੈ ਤਾਂ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।